हैं। हुण साडे हत्थ एक ऐसे डॉकूमेंट्स लगे हैं ਜਿਹੜੇ ਡਾਕੂਮੈਂਟਸ ਦੇ ਵਿੱਚ ਜ਼ਮੀਨ ਮੁਹਾਲੀ ਦੀ ਤੇ ਲੁਧਿਆਣੇ ਦੀ ਪ੍ਰਾਈਮ ਲੈਂਡ ਦੇ ਵਿੱਚ ਤਬਾਦਲਾ ਹੋਇਆ ਹੈ। ਜਿਹੜਾ ਮਹਿਕਮਾ ਭ੍ਰਸ਼ਟਾਚਾਰੀਆਂ ਨੂੰ ਫੜਦਾ, ਜਿਹੜੇ ਮਹਿਕਮੇ ਨੇ ਭ੍ਰਸ਼ਟਾਚਾਰ ਦੇ ਲਗਾਮ ਲਾਣੀ ਆ ਜੀ, ਜਿਹਦਾ ਚੋਰਾਂ ਨੂੰ ਡਰ ਹੋਣਾ ਚਾਹੀਦਾ, ਇਹਦੇ ਵਿੱਚ ਤੇ ਉਹਦਾ ਮੁਖੀ ਨੂੰ ਬੋਲੋ ਵੀ ਇਹਨਾਂ ਦੇ ਸਹੁਰੇ ਦਾ ਕੋਈ ਇੱਕ ਦੋਸਤ ਸੀ, ਉਹਨੇ ਗਿਫਟ ਕੀਤਾ। ਵੇਖੋ ਸਾਨੂੰ ਤਾਂ ਕੋਈ 10 ਰੁਪਏ ਦਾ ਪੈਨ ਗਿਫਟ ਕਰਦਾ, ਇਹਨਾਂ ਨੂੰ ਕਰੋੜ ਦਾ ਪਲਾਟ ਗਿਫਟ ਕਰਦਾ। 1,82,000 ਦੇ ਸਿਰਫ ਸਟਾਂਪ ਲਾਏ। ਇਹ ਤਾਂ ਜਾਂਚ ਤੇ ਦੀ ਹੋਣੀ ਚਾਹੀਦੀ ਹੈ ਨਾ ਵੀ ਉਹ ਬੰਦੇ ਦੀ ਕੀ ਇੰਨੀ ਮਜਬੂਰੀ ਸੀ ਵੀ ਉਹਨੇ 10-12 ਕਰੋੜ ਦਾ ਘਾਟਾ ਖਾ ਲਿਆ। ਉਹ ਪੰਜੇ ਕਿਉਂ ਸਹਿਮਤ ਹੋ ਗਏ ਮਹਾਲੀ ਜਾ ਕੇ? ਸਾਰੀ ਸਾਹਿਬ ਕੋਈ ਜਾਣ ਫਸੀ ਹੋਣੀ, ਕੋਈ ਇਨਕੁਆਇਰੀ ਹੋਣੀ ਵਿਜੀਲੈਂਸ ਕੋਲ। ਵਿਜੀਲੈਂਸ ਵਾਲੇ ਕਹਿੰਦੇ ਪਹਿਲਾਂ ਪਲਾਟ ਐਨੂੰ ਕਰ ਫਿਰ ਕਰਾਂਗੇ। ਹੁਣ ਵਿਜੀਲੈਂਸ ਚਾਹੀਦਾ ਵੀ ਇਹ 5 ਮਾਲਕ ਅਸਲ ਸੱਦੇ, ਫਿਰ ਜਿਹਨੂੰ ਪਾਵਰ ਆਫ ਅਟਾਰਨੀ ਦਿੱਤੀ ਹੈ ਉਹਨੂੰ ਸੱਦੇ ਵੀ ਤੇਰੀ ਕੀ ਮਜਬੂਰੀ ਸੀ, ਤੂੰ 12 ਕਰੋੜ ਦਾ ਉਹਨੂੰ ਕਿੱਦਾਂ ਦੇਤਾ। ਸਬ ਰਜਿਸਟਰਾਰ ਨੂੰ ਸੱਦੇ ਵੀ ਤੇਰੇ ਕੇ ਕੀ ਪ੍ਰੈਸ਼ਰ, ਤੈਨੂੰ ਵਿਜੀਲੈਂਸ ਨੇ ਦਬਕਾ ਮਾਰਿਆ ਸੀ। ਹੁਣ ਵੇਖਣ ਵਾਲਾ ਦੇ ਇਹ ਹੈ ਵੀ ਕੀ ਇਹ ਆਪਣੇ ਸਾਬਕਾ DGP ਦੇ ਖਿਲਾਫ ਜਾਂਚ ਵਾਕਈ ਸਹੀ ਕਰਨਗੇ। ਅੱਜ ਤੱਕ ਆਇਆ ਨਹੀਂ ਕਿਸੇ IAS ਨੇ IAS ਨੂੰ ਮਰਵਾਇਆ ਹੋਵੇ, ਕਿਸੇ IPS ਨੇ IPS ਨੂੰ ਮਰਵਾਇਆ ਹੋਵੇ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4 ਨਿਊਜ਼। ਇੱਕ ਵਾਰੀ ਫੇਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਭ੍ਰਸ਼ਟਾਚਾਰ ਦਾ ਐਪੀਸੋਡ ਨੰਬਰ 3 ਲੈ ਕੇ। ਕਿਸ ਤਰ੍ਹਾਂ ਭ੍ਰਸ਼ਟਾਚਾਰ ਹੁੰਦਾ ਹੈ ਇਹ ਤੁਸੀਂ ਸੋਚ ਵੀ ਨਹੀਂ ਸਕਦੇ। ਇੱਕ ਵੱਡਾ ਪੁਲਿਸ ਅਧਿਕਾਰੀ ਜਿਹੜਾ ਕਿ ਹੁਣ ਰਿਟਾਇਰ ਹੋ ਚੁੱਕਿਆ ਹੈ, ਕਿਸ ਤਰ੍ਹਾਂ 15 ਕਰੋੜ ਰੁਪਏ ਦੇ ਪਲਾਟ ਦਾ ਮਾਲਕ ਬਣ ਜਾਂਦਾ ਹੈ, ਕਿਸ ਤਰ੍ਹਾਂ ਦਾਅ ਪੇਚ ਖੇਡੇ ਜਾਂਦੇ ਨੇ, ਕਿਸ ਤਰ੍ਹਾਂ ਜ਼ਮੀਨ ਦੇ ਤਬਾਦਲੇ ਹੋ ਜਾਂਦੇ, ਤੁਹਾਨੂੰ ਦੱਸਾਂਗੇ। ਇਹ ਬੇਸਿਕਲੀ ਅਸਲੀ ਜੋਂਕਾਂ ਤੇ ਕੁਝ ਭ੍ਰਸ਼ਟ ਅਧਿਕਾਰੀ ਤੇ ਕੁਝ ਭ੍ਰਸ਼ਟ ਲੀਡਰ ਇਹ ਮਿਲੇ ਹੋਏ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਲਿਆ। ਜੇ ਇਦਾਂ ਕਿਹਾ ਜਾਏ ਵੀ ਇਹਨਾਂ ਨੇ ਪੰਜਾਬ ਨੂੰ ਲੁੱਟਣ ਤੇ ਲੱਕ ਬੰਨਿਆ ਤੇ ਇਹਨਾਂ ਨੂੰ ਨਾ ਤੇ ਦੇਸ਼ ਨਾਲ ਕੁਝ ਸਰੋਕਾਰਿਆ ਤੇ ਨਾ ਹੀ ਪੰਜਾਬ ਨਾਲ ਸਰੋਕਾਰਿਆ, ਕਿਉਂਕਿ ਇਹਨਾਂ ਨੇ ਆਪਣੇ ਬੱਚੇ ਵਿਦੇਸ਼ਾਂ ਦੇ ਵਿੱਚ ਸੈਟਲ ਕੀਤੇ ਨੇ। ਇਹ ਕਿਸ ਤਰ੍ਹਾਂ ਘੁਟਾਲਾ ਹੁੰਦਾ ਹੈ? ਲੁਧਿਆਣੇ ਦੀ ਜ਼ਮੀਨ ਦੇ ਨਾਲ ਮੁਹਾਲੀ ਦਾ ਇੱਕ ਪਲਾਟ ਬਦਲ ਦਿੱਤਾ ਜਾਂਦਾ ਹੈ ਤੇ ਦੋਨਾਂ ਪਲਾਟਾਂ ਦੀ ਜਿਹੜੀ ਕੀਮਤ ਆ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਇਹਦੇ ਵਿੱਚ ਇੰਜ ਲੱਗਦਾ ਕਿ ਰੈਵਨਿਊ ਡਿਪਾਰਟਮੈਂਟ ਨੇ ਵੀ ਅੱਖਾਂ ਮੀਟੀਆਂ ਹੋਈਆਂ। ਸਾਡੇ ਨਾਲ ਸਾਡੇ ਐਕਸਪਰਟ ਰਾਕੇਸ਼ ਸ਼ਰਮਾ। ਸ਼ਰਮਾ ਨਮਸਕਾਰ। ਨਮਸਕਾਰ ਭੰਡਾਰੀ ਸਾਹਿਬ। ਸ਼ਰਮਾ ਜੀ, ਭ੍ਰਸ਼ਟਾਚਾਰ ਦੀ ਗੱਲ ਕਰਦੇ ਹਾਂ, ਪਰ ਇਹ ਭ੍ਰਸ਼ਟਾਚਾਰ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਤੇ ਰੋਜ਼ ਨਵੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ। ਹੁਣ ਸਾਡੇ ਹੱਥ ਇੱਕ ਐਸੇ ਡਾਕੂਮੈਂਟਸ ਲੱਗੇ ਹੈ ਜਿਹੜੇ ਡਾਕੂਮੈਂਟਸ ਦੇ ਵਿੱਚ ਜ਼ਮੀਨ ਮੁਹਾਲੀ ਦੀ ਤੇ ਲੁਧਿਆਣੇ ਦੀ ਪ੍ਰਾਈਮ ਲੈਂਡ ਦੇ ਵਿੱਚ ਤਬਾਦਲਾ ਹੋਇਆ ਹੈ। ਵੀ ਮੁਹਾਲੀ ਦੀ ਮੈਨੂੰ ਇਹ ਨਹੀਂ ਸਮਝ ਆਈ ਵੀ ਮੁਹਾਲੀ 'ਚ ਜ਼ਮੀਨ ਤੇ ਜਿਹੜੀ ਹੁੰਦੀ ਉਹ 800 ਗਜ ਤੇ ਤਬਾਦਲਾ ਕਰ ਲਿਆ ਜਾਂਦਾ ਕਰੀਬ 250 ਗਜ ਦੇ ਨਾਲ। ਇਹ ਕਿਉਂ ਤੇ ਕੀ? ਜਿਨ੍ਹਾਂ ਨੇ ਦਸਤਾਵੇਜ਼ ਸਾਈਨ ਕੀਤੇ ਉਹਨਾਂ ਤੇ ਸਾਈਨ ਮਾਰਤੇ, ਮੋਹਰ ਲਾਤੀ, ਵੀ ਉਹਨਾਂ ਅਫਸਰਾਂ ਨੂੰ ਇਹ ਵਿਖਿਆ ਨਹੀਂ ਵੀ ਇਹਦੇ 'ਚ ਕਿਤੇ ਨਾ ਕੋਈ ਘੁਟਾਲਾ ਸਾਹਮਣੇ ਦਿਖ ਰਿਹਾ। ਉਹਨਾਂ ਦੇ ਆਪਣੇ ਪਾਪ ਕੰਮਦੇ ਸੀ ਭੰਡਾਰੀ ਸਾਹਿਬ ਜੀ। ਵੇਖਣਾ ਉਹਨਾਂ ਨੇ ਕੀ ਸੀ। ਹੁਣ ਜਿਹੜਾ ਅੱਜ ਅਸੀਂ ਮਾਮਲਾ ਇਹ ਕੱਢਿਆ ਤੇ ਇਹ ਹੈਗਾ ਜਿਹੜਾ ਮਹਿਕਮਾ ਭ੍ਰਸ਼ਟਾਚਾਰੀਆਂ ਨੂੰ ਫੜਦਾ, ਜਿਹੜੇ ਮਹਿਕਮੇ ਨੇ ਭ੍ਰਸ਼ਟਾਚਾਰ ਦੇ ਲਗਾਮ ਲਾਣੀ ਆ ਜੀ, ਜਿਹਦਾ ਚੋਰਾਂ ਨੂੰ ਡਰ ਹੋਣਾ ਚਾਹੀਦਾ, ਇਹਦੇ ਵਿੱਚ ਤੇ ਉਹਦਾ ਮੁਖੀ ਨੂੰ ਬੋਲੋ ਜੀ, ਸਾਬਕਾ ਮੁਖੀ ਨੂੰ ਬੋਲੋ। ਇਹ ਜਿਹੜਾ ਸਾਰਾ ਘਪਲਾ ਉਹ ਸਾਬਕਾ ਮੁਖੀ ਐਕਸ DGP ਵਿਜੀਲੈਂਸ ਉਹਨੇ ਕੀਤਾ। ਤੇ ਜੇ ਉਹ ਆਂਦੇ ਨਾ ਵੀ ਵਾੜ ਹੀ ਖੇਤਾਂ ਨੂੰ ਖਾਣ ਲੱਗ ਪਏ ਤੇ ਫਿਰ ਖੇਤਾਂ ਨੂੰ ਕੌਣ ਸਾਂਭੂਗਾ? ਜੇ ਕਾਨੂੰਨ ਦੇ ਰਕਸ਼ਕ ਹੀ ਕਾਨੂੰਨ ਦੇ ਪਕਸ਼ਕ ਬਣ ਜਾਣ ਜੀ ਤੇ ਫਿਰ ਕੌਣ ਸਾਂਭੂਗਾ? ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਜਿਹੜੇ ਸਾਬਕਾ DGP ਦੀ ਸੀ ਗੱਲ ਕਰ ਰਹੇ ਹਾਂ, ਉਹ ਸਾਬਕਾ DGP ਨੇ ਵਿਜੀਲੈਂਸ ਤੋਂ ਰਿਟਾਇਰ ਹੋਏ ਨੇ। ਉਹਨਾਂ ਦਾ ਨਾਮ ਹੈ BK ਉੱਪਲ ਤੇ ਹੁਣੇ ਕਿਹਾ ਜਾ ਰਿਹਾ ਕਿ ਉਹ ਵਿਦੇਸ਼ 'ਚ ਜਾ ਕੇ ਸੈਟਲ ਹੋ ਗਏ ਨੇ। ਰਕੇ ਜੀ, ਇਹ ਪੂਰਾ ਮਾਮਲਾ ਕਿੱਥੋਂ ਖੇਡ ਚੱਲੀ ਤੇ ਕਿੱਦਾਂ ਇਹ ਪ੍ਰਪੰਚ ਰਚਿਆ, ਤੁਹਾਨੂੰ ਦਰਸ਼ਕਾਂ ਨੂੰ ਵੀ ਦੱਸ ਦਈਏ ਵੀ ਸਾਡੇ ਕੋਲ ਇਹਦੇ तमाम ਡਾਕੂਮੈਂਟਸ ਦਸਤਾਵੇਜ਼ ਮੌਜੂਦ ਨੇ। ਦਸਤਾਵੇਜ਼ ਤੋਂ ਬਿਨਾਂ ਹੀ ਗੱਲ ਹੀ ਨਹੀਂ ਕਰਦੇ ਕੋਈ ਜੀ। ਜਿਹੜੀ ਗੱਲ ਕਰਦੇ ਅਥੈਂਟਿਕ ਗੱਲ ਕਰਦੇ ਆ, ਆਵਾਜ਼ ਤੀ ਨਹੀਂ ਮਾਰਦੇ ਜੀ। ਹੁਣ ਵੇਖੋ, ਇਹ ਜਦੋਂ DGP ਵਿਜੀਲੈਂਸ ਹੀ ਲੱਗੇ ਹੋਏ 2019 ਦੇ ਵਿੱਚ, ਇਹਨਾਂ ਦਾ ਇੱਕ ਪਲਾਟ ਹੈਗਾ ਸੀ ਮੋਹਾਲੀ ਜੀ। ਉਹ ਪਲਾਟ ਹੈਗਾ ਸੀ 800 ਗਜ ਦਾ ਜੀ। ਇਹਨਾਂ ਨੇ ਉਹ ਜਿਹੜਾ ਪਲਾਟ ਹੈਗਾ ਇਹਨਾਂ ਦੀ ਵਾਈਫ ਦੇ ਨਾਂ ਸੀ ਜੀ, ਮੈਡਮ ਸੋਨੀਆ। ਉਹ ਤੇ ਲਿਖਿਆ ਮੈਡਮ ਸੋਨੀਆ, ਡਾਟਰ ਆਫ ਬਚਨ ਲਾਲ ਕਪੂਰ ਜੀ, ਰੈਜ਼ੀਡੈਂਟ ਆਫ ਆਦਰਸ਼ ਨਗਰ ਰਾਜਪੁਰਾ। ਪਰ ਇਹ ਰਹਿੰਦੇ ਤੇ ਚੰਡੀਗੜ੍ਹ। ਤੇ ਜਿਹੜਾ ਜਿਹਦੇ ਨਾਲ ਇਹਨਾਂ ਨੇ ਤਬਾਦਲਾ ਕਰਾਇਆ ਉਹ ਪਲਾਟ ਬੜੀ ਮਹਿੰਗੀ ਥਾਂ ਤੇ, ਜਿਹੜਾ ਇਹਨਾਂ ਦਾ ਪਲਾਟ ਹੈਗਾ ਮੁਹਾਲੀ ਦੇ ਵਿੱਚ ਹੈਗਾ ਸੈਕਟਰ 14 114 ਆਂਸਲ ਗੋਲਫ
ਲਾਈਕਸ ਦੇ ਵਿੱਚ ਜੀ, ਜੀ। ਲਿਕਸ ਦੇ ਵਿੱਚ ਆਂਸਲ ਗੌਰ ਬੜੀ ਪ੍ਰਾਈਮ ਲੋਕੇਸ਼ਨ ਹੈ, ਆਂਸਲ ਗੌਰ ਲਿਕਸ ਦੇ ਵਿੱਚ ਇਹਨਾਂ ਵੱਡੇ ਦਾ ਲੋਕ ਰਹਿੰਦੇ ਇੱਥੇ। ਤੇ ਜਿਹੜਾ ਲੁਧਿਆਣੇ ਦਾ ਪਲਾਟ ਹੀ ਹੋ ਗਿਆ 2793 ਗਜ ਦਾ ਜੀ ਭੰਡਾਰੀ ਸਾਹਿਬ, ਸੋਚਣ ਵਾਲੀ ਗੱਲ ਜੇ। ਇੱਕ ਬਨੇ 800 ਗਜ, ਇੱਕ ਬਨੇ 2793 ਗਜ, ਤੇ ਉਹ ਹੈਗਾ ਬਾਹਰ ਰੈਜ਼ੀਡੈਂਸੀ ਰਕੇਸ਼ ਜੀ ਸਾਊਥ ਜਿਹੜਾ ਏਰੀਆ ਲੁਧਿਆਣੇ ਦਾ। ਦਰਸ਼ਕਾਂ ਨੂੰ ਅਸੀਂ ਕਲੀਅਰ ਕਰ ਦਈਏ ਵੀ ਜਿਹੜਾ ਉਹ ਉੱਪਲ ਸਾਹਿਬ ਦੀ ਪਤਨੀ ਦੇ ਨਾਲ ਪਲਾਟ ਹੈ ਨਾ, ਇਹ ਵੀ ਕਿਹਾ ਜਾਂਦਾ ਵੀ ਇਹ ਉਹਨਾਂ ਨੇ ਆਪ ਖਰੀਦਿਆ ਨਹੀਂ, ਉਹਨਾਂ ਨੂੰ ਕਿਸੇ ਨੇ ਗਿਫਟ ਇਹ ਕੀਤਾ। ਦੱਸ ਦਿਆ ਵੀ ਇਹਨਾਂ ਦੇ ਸਹੁਰੇ ਦਾ ਕੋਈ ਇੱਕ ਦੋਸਤ ਸੀ, ਉਹਨੇ ਗਿਫਟ ਕੀਤਾ। ਰਕੇਸ਼ ਜੀ ਵੇਖੋ ਸਾਨੂੰ ਤਾਂ ਕੋਈ 10 ਰੁਪਏ ਦਾ ਪੈਨ ਨਹੀਂ ਗਿਫਟ ਕਰਦਾ, ਇਹਨਾਂ ਨੂੰ ਕਰੋੜ ਦਾ ਪਲਾਟ ਗਿਫਟ ਕਰਦਾ। ਉੱਥੇ ਆਂ ਦੱਸਦੇ ਵੀ 30-40 ਹਜ਼ਾਰ ਰੁਪਏ ਗਜ ਪਾਵਾ, ਜੋ ਵੀ 2.5 ਕਰੋੜ ਦਾ ਹੋ ਗਿਆ ਉਹ। ਜੀ ਅੱਜ ਦੇ ਰੇਟ ਦੀ ਗੱਲ ਕਰ ਹਾਂ, ਤੇ ਇੱਥੇ ਕਰੋ, ਇੱਥੇ 50 ਤੋਂ ਲੈ ਕੇ 60,000 ਗਜ ਹੈਗਾ ਜੀ। 3000 ਗਜ ਦਾ ਮਤਲਬ 15 ਕਰੋੜ ਦਾ ਹੋ ਗਿਆ। ਜੇ 50,000 ਰੁਪਏ ਗਜ ਵੀ ਲਾ ਲਈਏ ਤਾਂ 15 ਕਰੋੜ ਦਾ ਹੋ ਗਿਆ। ਜੇ ਜਦੋਂ ਸ਼ਿਫਟ ਕਰਾਇਆ ਉਦੋਂ 12 ਕਰੋੜ ਦਾ ਹੈਗਾ ਸੀ ਜੀ। ਹੁਣ ਜਦੋਂ ਇਹਨਾਂ ਨੇ ਤਬਾਦਲਾ ਕਰਾਇਆ, ਉਹ ਬੜਾ ਜਿਹੜਾ ਪਲਾਟ ਹੀ ਮਹਾਲੀ ਵਾਲਾ ਜਿਹੜਾ ਹੈਗਾ ਲੁਧਿਆਣੇ ਵਾਲਾ, ਉਹ ਹੈਗਾ ਹੀ ਅਸਲ 5 ਬੰਦਿਆਂ ਦਾ। ਮਹਿੰਦਰ ਸਿੰਘ, ਮੇਜਰ ਸਿੰਘ, ਹਰਬੰਸ ਸਿੰਘ ਉਹਨਾਂ ਦਾ ਹੈਗਾ ਸੀ, ਤੇ ਬੂਟਾ ਸਿੰਘ ਤੇ ਚੰਦਨ ਆਰਿਆ ਦਾ। ਜੀ। ਇਹਨਾਂ ਕੋਲੋਂ ਇੱਕ ਪਾਵਰ ਆਫ ਟੋਰਨੀ ਖਾਸ ਲੈ ਲਈ ਸਿਧਾਰਥ ਲੈਂਡ ਟ੍ਰੇਡਰ ਐਂਡ ਪ੍ਰਮੋਟਰ ਦੇ ਮਿਲਨ ਭੱਲਾ ਨੇ, ਜੀ। ਜਿਹੜਾ ਕਿ ਰਣਧੀਰ ਸਿੰਘ ਨਗਰ ਲੁਧਿਆਣੇ ਦਾ ਰਹਿਣ ਵਾਲਾ ਸੀ। ਜੀ। ਉਹਨੇ ਫਿਰ ਜਿਹੜਾ ਇਹ ਪਲਾਟ ਆ ਇਹਨਾਂ ਦੇ ਨਾਂ ਤਬਾਦਲਾ ਕਰਤਾ, ਪਾਵਰ ਆਫ ਟੋਰਨੀ ਖਾਸ ਲਈ ਦਾ ਲੈ ਕੇ ਇਹਨਾਂ ਨਾਲ ਤਬਾਦਲਾ ਹੋ ਗਿਆ, ਤੇ ਸਬ ਰਜਿਸਟਰ ਲੁਧਿਆਣਾ ਤਬਾਦਲਾ ਮਨਜ਼ੂਰ ਵੀ ਕਰ ਲਿਆ। ਅਸੀਂ ਉਹ ਜਿਹੜੇ ਤਬਾਦਲੇ ਦੇ ਕਾਗਜ਼ ਆ ਭੰਡਾਰੀ ਸਾਹਿਬ, ਜੀ। ਉਹ ਚ ਮੁਹਾਲੀ ਵਾਲੇ ਪਲਾਟ ਦੀ ਕੀਮਤ ਵਿਖਾਈ ਗਈ 97,75,000 ਤੇ 500 ਰੁਪਇਆ, ਜੀ। ਤੇ ਜਿਹੜਾ ਲੁਧਿਆਣੇ ਵਾਲਾ ਉਹਦੀ ਕੀਮਤ ਵਿਖਾਈ ਗਈ 1 ਕਰੋੜ ਤੇ ਕੁਛ ਲੱਖ, ਜਿਹੜਾ 1 ਕਰੋੜ 4 ਲੱਖ, 1 ਕਰੋੜ 4 ਲੱਖ ਰੁਪਇਆ। ਅਸਟਾਮ ਲੱਗੇ 1,82,000 ਰੁਪਏ ਦੇ। ਇਹ ਕਿ ਜੀ ਇਹ ਨਹੀਂ ਪਤਾ ਲੱਗ ਰਿਹਾ ਵੀ ਸਟਾਮ ਲੁਧਿਆਣੇ ਵਾਲੇ ਦੇ ਪਲਾਟ ਦੇ ਲੱਗੇ ਆ ਕਿ ਮੁਹਾਲੀ ਵਾਲੇ ਪਲਾਟ ਦੇ ਲੱਗੇ ਆ। ਇਹ ਵੀ ਜਾਂਚ ਕਰ ਰਹੀ ਹੈ ਇਹ ਵਿਜੀਲੈਂਸ। ਕੀਮਤਾਂ ਕਿਤੇ ਲਾਈ ਜਾ 1,82,000 ਦੇ ਵਿੱਚ ਵੇਖੋ ਨਾ 12 ਕਰੋੜ ਦੀ ਜਾਇਦਾਦ ਆ ਗਈ ਤੁਹਾਡੇ ਹੱਥ। ਜੀ। 12-14 ਕਰੋੜ ਦੀ ਜਾਇਦਾਦ ਆ ਗਈ। ਹੁਣ ਜਦੋਂ ਰਜਿਸਟਰੀ ਕਰਨ ਲੱਗੇ ਆ, ਉਹ 'ਚ ਇੱਕ ਥਾਂ ਤੇ ਲਿਖਿਆ ਐਡਰੈਸ, ਜਿਹੜਾ ਸੁਮਾ ਦੇਵੀ ਦਾ ਆਧਾਰ ਕਾਰਡ ਲੱਗਾ, ਆਧਾਰ ਕਾਰਡ ਦਾ ਸ਼ਨਾਖਤੀ ਨੰਬਰ ਆ 390841453328। ਜਦੋਂ ਉਹਦੀ ਘੋਖ ਕੱਢੀ ਗਈ ਤੇ ਉਹ ਤੇ ਲਿਖਿਆ ਵੀ ਸੋਨੀਆ ਉੱਪਲ ਵਾਈਫ ਆਫ ਬਲਜਿੰਦਰ ਕੁਮਾਰ ਉੱਪਰ, ਜੀ। ਤੇ ਰੈਜ਼ੀਡੈਂਟ ਆਫ 903 ਸੈਕਟਰ 39 ਏ। ਤੇ ਜਿਹੜੇ ਰਜਿਸਟਰੀ ਕਰਦੇ ਆ ਉਹਦੇ ਵਿੱਚ ਉਹ ਐਡਰੈਸ ਆ ਜਾਂਦਾ ਰਾਜਪੁਰੇ ਦਾ, ਮੈਡਮ ਸੋਨੀਆ ਵਾਈਫ ਆਫ ਲੇਟ ਬਜਨ ਲਾਲ ਕਪੂਰ, ਡਾਕਟਰ ਆਫ ਲਗਾ ਦਿੰਦੇ, ਡਾਕਟਰ ਉੱਥੇ ਵਾਈਫ ਆਫ ਲਗਾਉਂਦੇ, ਡਾਕਟਰ ਬਜਨ ਲਾਲ ਕਪੂਰ। ਤੇ ਸਬ ਰਜਿਸਟਰਾਰ ਸਾਹਿਬ ਕੀ ਕਰਨ ਦੇ ਸੀ, ਇਹਨਾਂ ਵੇਖਿਆ ਵੀ ਦੋ ਦੇ ਚ ਫਰਕ ਆਣ ਡਿਆ, ਮੈਸਾਂ 'ਚ ਫਰਕ ਆਣ ਡਿਆ, ਪਰ ਵੇਖੇਗੀ ਅਸੀਂ ਡੀਜੀਪੀ ਵਿਜੀਲੈਂਸ ਦੀ ਘਰ ਦੀ ਰਜਿਸਟਰੀ ਹੋਵੇ। ਅਸੀਂ ਮਹਿਰ ਕੇ ਜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਸਬ ਰਜਿਸਟਰਾਰ ਉਹ ਸੀਗੇ ਬਰਾਣਾ ਸਾਹਿਬ, ਬੜੇ ਚਰਚਿਆਂ 'ਚ ਮੈਂ ਹੁਣੇ ਉਹਨਾਂ ਨੂੰ ਫੋਨ ਕੀਤਾ, ਉਹ ਕਿਸੇ ਬਿਜ਼ੀ ਹੋਣੇ, ਨਹੀਂ ਫੋਨ ਕੀਤਾ, ਸਾਡੇ ਨਾਲ ਗੱਲ ਹੋ ਸਕੀ ਵੀ ਉਹਨਾਂ ਨੇ ਦੇਖਿਆ ਕਿ ਨਹੀਂ ਦੇਖਿਆ। ਲੰਬੀ ਸਟੇ ਆ ਉਹਨਾਂ ਦੀ ਅੰਮ੍ਰਿਤਸਰ 'ਚ, ਕੋਈ ਸਰਕਾਰ ਆਵੇ ਉਹਨਾਂ ਦੀ ਗੁੱਟੀਆਂ ਫੇਟੀਆਂ ਹੁੰਦੀਆਂ, ਲੱਗੇ ਰਹਿੰਦੇ ਆ। ਜੀ। ਇਸ ਟਾਈਮ ਦੀਨਾਨਗਰ ਪੋਸਟਡ ਆ। ਤੇ ਕਿ ਜੀ ਇਹ ਸਭ ਤੋਂ ਵੱਡਾ ਸਵਾਲ ਇਹ ਵੀ ਆ ਵੀ ਮੁਹਾਲੀ ਜਿਹੜੇ ਲੁਧਿਆਣੇ ਦੇ ਜਿਹੜੇ ਇਹ ਪ੍ਰਾਪਰਟੀ ਦੇ ਮਾਲਕ ਸੀਗੇ 5 ਲੋਕ ਆ, ਉਹਨਾਂ ਨੇ ਤੇ ਦੇਤੀ ਮਿਲਣ ਭਲੇ ਨੂੰ ਪਾਵਰ ਆਫ ਅਟਾਰਨੀ, ਉਹ ਪੰਜੇ ਕਿਉਂ ਸਹਿਮਤ ਹੋ ਗਏ ਮਹਾਲੀ ਜਾ ਕੇ ਸੈਟਲ ਹੋਣ? ਕੋਈ ਜਾਣ ਫਸੀ ਹੋਣੀ, ਕੋਈ ਇਨਕੁਆਇਰੀ ਹੋਣੀ ਵਿਜੀਲੈਂਸ ਕੋਲ। ਵਿਜੀਲੈਂਸ ਵਾਲੇ ਕਹਿੰਦੇ ਪਹਿਲਾਂ ਪਲਾਟ ਇਹਨੂੰ ਕਰ, ਫਿਰ ਕਰਾਂਗੇ। ਇਹਨੂੰ ਨਹੀਂ ਕਰ ਰਜਿਸਟਰੀ ਸਿੱਧੇ ਕੈਸ਼ ਨਹੀਂ ਕੀਤਾ, ਰਜਿਸਟਰੀ ਕਰਾ ਲਈ। ਵੇਖੋ ਕੁਛ ਨਾ ਕੁਛ ਤੇ ਹੈ ਹੀ ਹੈ ਨਾ, ਵੀ ਕਿਉਂ ਉਹਨੇ ਵੇਖੋ ਆਪਣਾ 12 ਲੱਖ ਦਾ 12 ਕਰੋੜ ਦਾ ਪਲਾਟ 2-2.5 ਕਰੋੜ ਦੇ ਪਲਾਟ ਨਾਲ ਸ਼ਿਫਟ ਕਰ ਲਿਆ, ਐਕਸਚੇਂਜ ਕਰ ਲਿਆ। ਫਿਰ ਇਥੋਂ ਲੁਧਿਆਣੇ ਤੋਂ ਸ਼ਿਫਟ ਹੋਣ ਨੂੰ ਮੁਹਾਲੀ ਨੂੰ ਵੀ ਤਿਆਰ ਹੋ ਗਏ ਅਗਲੇ, ਵੀ ਚਲੋ ਅਸੀਂ ਮੁਹਾਲੀ ਚੱਲ ਜਾਂਦੇ ਆ। ਪ੍ਰਾਈਮ ਲੋਕੇਸ਼ਨ ਤੇ ਹੈਗੇ ਆ, ਜਿਹੜੀ ਲੁਧਿਆਣੇ ਦੀ ਆ, ਸਭ ਤੋਂ ਪ੍ਰਾਈਮ ਲੋਕੇਸ਼ਨ ਲੁਧਿਆਣੇ ਦੀ। ਹੁਣ ਵੇਖੋ ਇਹ ਤੇ ਇਨਵੈਸਟੀਗੇਸ਼ਨ ਦੀ ਤੇ ਲੋੜ ਆ। ਰਕੇਸ਼ ਜੀ, ਇਹਦੇ 'ਚ ਅਸੀਂ ਨਾ, ਮੈਂ ਦਰਸ਼ਕਾਂ ਨੂੰ ਦੱਸ ਦਿਆਂ, ਇਹ ਸਤਨਾਮ ਸਿੰਘ ਦਾਊ ਨੇ, ਆਰਟੀਆਈ ਐਕਟਿਵਿਸਟ ਨੇ, ਇੱਕ ਸੰਸਥਾ ਦੇ ਉਹ ਮੁਖੀ ਵੀ ਨੇ, ਉਹਨਾਂ ਨਾਲ ਗੱਲ ਕੀਤੀ ਹੈ, ਤੁਹਾਨੂੰ ਸੁਣਾਉਂਦੇ ਆ ਔਰ ਰਿਕਾਰਡਿੰਗ ਵੀ ਉਹਨਾਂ ਦਾ ਕੀ ਕਹਿਣਾ ਹੈ, ਕਿਸ ਤਰ੍ਹਾਂ ਕੋਕ ਕੀਤੀ, ਤੁਹਾਨੂੰ ਇਹ ਵੀ ਦੱਸ ਦਈਏ। ਉਹੀ ਸਤਨਾਮ ਸਿੰਘ ਦਾਊ ਨੇ, ਪਹਿਲੇ ਇਹਨਾਂ ਨੇ ਜਿਹੜਾ ਉਹ ਫਿਲਿਪਸ ਘੁਟਾਲਾ ਜਿਹੜਾ ਹੋਇਆ ਸੀਗਾ, ਜਿਹੜਾ ਕਿ ਟ੍ਰਾਂਸਫਰ ਕਰਤੀ ਗਈ ਜ਼ਮੀਨ ਗੁਲਮੋਹਰ ਟਾਊਨਸ਼ਿਪ ਨੂੰ, ਇਹਨਾਂ ਨੇ ਉਹ ਘੁਟਾਲਾ ਕੱਢਿਆ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਇਹਨਾਂ ਨੇ ਘੁਟਾਲੇ ਕੱਢੇ ਨੇ, ਮੈਂ ਤੁਹਾਨੂੰ ਸੁਣਾ ਰਿਹਾ ਉਹਨਾਂ ਦਾ ਕੀ ਕਹਿਣਾ ਹੈ। ਹੈਲੋ। ਹਾਂਜੀ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੀਪਕ ਭੰਡਾਰੀ ਅੱਜ ਕਰ ਰਿਹਾ ਮੈਂ D4 ਨਿਊਜ਼ ਤੋਂ। ਜੀ ਮਹਾਰਾਜ, ਮਿਹਰਬਾਨੀ ਮਹਾਰਾਜ, ਫੋਨ ਕੀਤਾ ਤੁਸੀਂ। ਸਤਨਾਮ ਜੀ, ਇੱਕ ਘੁਟਾਲਾ ਤੁਸੀਂ ਸਾਹਮਣੇ ਲਿਆਂਦਾ, ਹੋਰ ਤੁਸੀਂ ਪਹਿਲੇ ਵੀ ਕਾਫੀ ਮਾਮਲੇ ਚੁੱਕ ਚੁੱਕੇ ਹੋ। ਇੱਕ ਟ੍ਰਾਂਸਫਰ ਹੋਇਆ ਪਲਾਟ ਲੁਧਿਆਣੇ ਦਾ ਮੋਹਾਲੀ ਦੇ ਨਾਲ। ਜੀ ਜੀ। ਇਹ ਥੋੜਾ ਕੀ ਹੈ ਮਾਮਲਾ, ਤੇ ਇਸ ਦੇ ਵਿੱਚ ਗੜਬੜੀ ਕੀ ਵੱਡੇ ਅਫਸਰ ਇਹਦੇ ਵਿੱਚ ਵੀ ਸ਼ਾਮਲ ਨੇ? ਸਰ, ਇਹ ਵਿਜੀਲੈਂਸ ਦੇ ਚੀਫ ਹੁੰਦੇ ਜਿਹੜੇ BK ਉੱਪਲ, ਬਰਜਿੰਦਰ ਕੁਮਾਰ ਉੱਪਲ ਜੀ, ਉਹਨਾਂ ਦਾ ਪਲਾਟ ਹੈ ਇਹ। ਉਹਨਾਂ ਦੀ ਵਾਈਫ ਹੈ ਸੋਨੀਆ ਉੱਪਲ ਜੀ।
ਇਹਨਾਂ ਦਾ ਆਧਾਰ ਕਾਰਡ ਦੇ ਉੱਤੇ ਐਡਰੈਸ ਕੋਠੀ ਨੰਬਰ 903 ਸੈਕਟਰ 39A ਹੈ, ਜਿੱਥੇ ਮੰਤਰੀ ਵਗੈਰਾ ਰਹਿੰਦੇ ਆ। ਜੀ ਜੀ ਜੀ। ਤੇ ਇਹਨਾਂ ਨੂੰ ਕਿਸੇ ਨੇ ਗਿਫਟ ਦਿੱਤਾ ਅੰਸਲ ਦੇ ਵਿੱਚ 800 ਗਜ਼ ਦਾ ਪਲਾਟ। ਗਿਫਟ ਦਿੱਤਾ ਕਿਸੇ ਨੇ? ਹਾਂ, ਇਹ ਗੱਲ ਆਉਂਦੀ ਹੈ ਗਿਫਟ ਹੁਣ ਕਿਵੇਂ ਮਿਲਦੇ, ਪੁਲਿਸ ਅਫਸਰਾਂ ਨੂੰ ਦੇਖ ਲਓ। ਹਾਂ। ਤੇ ਉਹ 800 ਗਜ਼ ਦੇ ਪਲਾਟ ਦੀ ਕੀਮਤ ਹੈਗੀ ਹੈ 97,75,500 ਰੁਪਇਆ। 97,75,500 ਰੁਪਇਆ ਜੀ। ਇਹ 2019 ਦੀ ਕੀਮਤ ਹੈ ਜਦੋਂ ਐਕਸਚੇਂਜ ਕੀਤਾ ਇਹਨਾਂ ਨੇ ਲੁਧਿਆਣੇ। ਜੀ ਜੀ ਜੀ। ਤੇ ਬਾਅਦ ਦੇ ਵਿੱਚ ਕਿਸੇ ਹੋਰ ਬੰਦੇ ਦਾ ਨਾਮ ਇੰਪਾਇਰ ਰੈਜ਼ੀਡੈਂਸੀ ਪਿੰਡ ਅਯਾਲੀ ਲੁਧਿਆਣਾ, ਜਿਹੜੀ ਪ੍ਰਾਈਮ ਲੋਕੇਸ਼ਨ ਹੈ ਜੀ, ਉੱਥੇ 2793 ਗਜ਼ ਦਾ ਪਲਾਟ ਹੈ ਜੀ, ਜਿੱਥੇ ਅੱਜ ਦੀ ਡੇਟ ਦੇ ਵਿੱਚ 50,000 ਤੋਂ 70,000 ਰੁਪਏ ਗਜ਼ ਹੈ ਤੇ 12 ਤੋਂ 15 ਕਰੋੜ ਦਾ ਰੇਟ ਇਹਦਾ। ਓਕੇ। ਤੇ ਉਹ ਗਿਫਟ ਵਾਲੇ ਪਲਾਟ ਦੇ ਬਦਲੇ 'ਚ ਜੀ, ਜਿਹਦੀ ਮੋਹਾਲੀ 'ਚ ਕੀਮਤ 1 ਕਰੋੜ ਤੋਂ ਘੱਟ ਹੈ ਤੇ ਉੱਥੇ ਕੀਮਤ 12 ਤੋਂ 15 ਕਰੋੜ ਹੈ, ਉਹਦੀ 1 ਕਰੋੜ 4 ਲੱਖ ਦੀ ਰਜਿਸਟਰੀ ਨਾ ਕਰਾ ਕੇ ਤਬਾਦਲਾ ਕਰਵਾਇਆ, ਜਿਹਦੇ ਨਾਲ ਸਰਕਾਰ ਨੂੰ ਚੂਨਾ ਲੱਗਿਆ। ਜੀ 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 ਜੀ। ਠੀਕ ਹੈ, ਇਹ ਸਾਡੇ ਕੋਲ ਆਇਆ ਤੇ ਜਿਹਦੇ ਨਾਲ ਤਬਾਦਲਾ ਕਰਾਇਆ ਇਹ ਕੋਈ ਮਿਲਨ ਭੱਲਾ ਹੈਗਾ, ਸਿਧਾਰਥਾ ਲੈਂਡ ਟ੍ਰੇਡਰਸ ਦੇ ਨਾਮ ਨਾਲ। ਮਿਲਨ ਭੱਲਾ? ਹਾਂਜੀ। ਅੱਛਾ, ਇਹ ਉਦੋਂ ਮਿਲਨ ਭੱਲੇ ਦਾ ਜਿਹੜਾ ਪਲਾਟ ਸੀਗਾ, ਇਹ ਕਿਹੜਾ ਸੀਗਾ ਮਿਲਨ ਭੱਲੇ ਦਾ ਪਲਾਟ? ਇੰਪਾਇਰ ਰੈਜ਼ੀਡੈਂਸੀ ਪਿੰਡ ਅਯਾਲੀ ਲੁਧਿਆਣਾ। ਇਹ ਮਿਲਨ ਭੱਲੇ ਦਾ ਸੀਗਾ? ਮਿਲਨ ਭੱਲੇ ਦਾ ਨਹੀਂ, ਮਿਲਨ ਭੱਲੇ ਕੋਲ ਪਾਵਰ ਟਾਰ ਨਹੀਂ ਸੀ, 4-5 ਬੰਦਿਆਂ ਦੀ। ਉਹ ਰਜਿਸਟਰੀ ਦੀ ਕਾਪੀ ਤੁਹਾਨੂੰ ਭੇਜਦੇ ਆ, ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ। ਠੀਕ ਹੈ ਜੀ। ਤੇ ਇਸ ਸਮੇਂ ਬੀਕੇ ਉੱਪਲ ਜੀ ਮੇਰੇ ਖਿਆਲ ਇੰਡੀਆ ਛੱਡ ਕੇ ਜਾ ਚੁੱਕੇ ਆ। ਜੀ 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 ਜੀ। ਤੇ ਹੁਣ ਸਾਨੂੰ ਤਾਂ ਇਹ ਲੱਗਦਾ ਕਿ ਇਹਦੇ 'ਚ ਕੋਈ ਨਾ ਕੋਈ ਗੜਬੜ ਹੈ, ਕੋਈ ਕਰਪਸ਼ਨ ਹੈ ਤੇ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ। ਜੀ। ਜੇ ਸੀਨੀਅਰ ਅਫਸਰ ਇਹ ਕਰਨਗੇ ਵੀ ਕਰੋੜ ਵਾਲੀ ਚੀਜ਼ 15 ਕਰੋੜ ਦੀ ਲੈ ਕੇ ਸਰਕਾਰ ਨੂੰ ਚੂਨਾ ਲਗਾਉਣਗੇ ਤਾਂ ਫਿਰ ਆਮ ਲੋਕ ਤਾਂ ਕਰਨਗੇ। ਤੇ ਅਸੀਂ ਮੰਗ ਕਰਦੇ ਸਰਕਾਰ ਕੋਲ ਇਹਦੀ ਇਨਵੈਸਟੀਗੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ। ਤੇ ਸਤਨਾਮ ਜੀ, ਤੁਸੀਂ ਇਹਦੀ ਕੰਪਲੇਂਟ ਸੀਐਮ ਸਾਹਿਬ ਨੂੰ ਵੀ ਕਰਤੀ ਹੈ? ਚੱਲ ਹੀ ਰਹੀ ਹੈ, ਸੀਐਮ ਸਾਹਿਬ ਨੂੰ ਕਰ ਦਿੱਤੀ ਹੈ, ਪਰ ਇਹਦੀ ਪਹਿਲੇ ਮੇਰੇ ਖਿਆਲ ਵਿਜੀਲੈਂਸ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹਾਲੇ ਸਾਡੇ ਕੋਲ ਕੱਲ ਹੀ ਸੂਤਰਾਂ ਕੋਲ ਸਾਰਾ ਪੇਪਰ ਰਿਕਾਰਡ ਸਾਡੇ ਸਾਹਮਣੇ ਆਇਆ। ਜੀ ਜੀ। ਤੇ ਅੱਗੇ ਹੁਣ ਦੇਖਦੇ ਕੌਣ ਕੌਣ ਕਰੇਗਾ। ਸਤਨਾਮ ਜੀ, ਇਹ ਬੜਾ ਵੱਡਾ ਸਵਾਲ ਹੈ ਜਿਹੜਾ ਤੁਸੀਂ ਕੀਤਾ ਵੀ ਇੱਕ ਪੁਲਿਸ ਅਧਿਕਾਰੀ ਨੂੰ ਜਾਂ ਉਹਦੀ ਪਤਨੀ ਨੂੰ 1 ਕਰੋੜ ਰੁਪਏ ਦਾ ਪਲਾਟ ਗਿਫਟ ਕੋਈ ਕਿਉਂ ਦੇਗਾ? ਨਹੀਂ, ਇਹਨੂੰ ਘੁਮਾ ਫਰਾ ਕੇ ਦੱਸੀਏ ਤਾਂ ਸਿੱਧੀ 15 ਕਰੋੜ ਹੈ। ਉਹ ਸ਼ੁਰੂਆਤ ਹੋਈ ਗਿਫਟ, ਫਿਰ 1 ਕਰੋੜ, ਅਖੀਰ ਤਾਂ 15 ਕਰੋੜ ਹੈ ਨਾ। ਜੀ ਜੀ ਜੀ। ਮੈਂ ਸਮਝਦਾ 15 ਕਰੋੜ ਨੂੰ ਬਣਾਇਆ ਗਿਆ, ਪਹਿਲੇ ਘਟਾ ਕੇ 1 ਕਰੋੜ, ਫਿਰ 1 ਕਰੋੜ ਨੂੰ ਘਟਾ ਕੇ ਬਣਾਇਆ ਗਿਆ ਗਿਫਟ। ਜੀ। ਇਹਨੂੰ ਦੋਨੋਂ ਪਾਸੇ ਦੇਖੋ, ਅਖੀਰ ਨੂੰ ਤਾਂ 15 ਕਰੋੜ ਦੀ ਗੱਲ ਹੈ। ਬਿਲਕੁਲ ਠੀਕ ਹੈ ਜੀ। ਬਿਲਕੁਲ। ਰਜਿਸਟਰੀ ਦਾ ਜਿਹੜਾ ਖਰਚਾ ਹੈਗਾ ਉਹ 1 ਕਰੋੜ ਹੈ। 14 ਕਰੋੜ ਦਾ ਲਾਸ ਜਿਹੜਾ ਸਟੇਟ ਨੂੰ ਆ ਉਹਦਾ। ਅੱਛਾ, 1 ਕਰੋੜ ਦੀ ਦਿਖਾਈ ਗਈ ਜ਼ਮੀਨ? 1 ਕਰੋੜ 4 ਲੱਖ ਰੁਪਏ ਦੀ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਤੇ 1,82,000 ਸਟਾਂਪ ਫੀਸ ਹੈ ਜੀ ਦਿਖਾਈ ਗਈ ਹੈ। 1,82,000 ਦੀ ਫੀਸ ਦੇ ਕੇ ਸਰਕਾਰ ਨੂੰ ਤੇ 15 ਕਰੋੜ ਦੀ ਜਗ੍ਹਾ ਲੈ ਲਈ। ਹਾਂਜੀ ਹਾਂਜੀ। ਹੁਣ ਇਹ ਨਹੀਂ ਪਤਾ 1,82,000 ਮੋਹਾਲੀ ਵਾਲੇ ਪਲਾਟ ਦੀ ਪਹਿਲੇ ਦੇ ਚੁੱਕੇ ਆ ਜਾਂ ਉਹਦਾ ਬਣਦਾ ਹਿੱਸਾ ਦਿੱਤਾ, ਪਰ ਟੋਟਲ 1,82,000 ਸਟਾਂਪ ਫੀਸ ਹੈ ਜੋ ਪੇਪਰ ਸ਼ੇਅਰ ਕਰ ਲੱਗਦਾ ਵੀ ਕੋ ਇੱਕ ਆ। ਬਹੁਤ ਸਾਰੇ ਪਹਿਲੇ ਵੀ ਜਿਵੇਂ ਤੁਸੀਂ ਘੁਟਾਲੇ ਕੱਢੇ, ਕੋ 700 ਕਰੋੜ ਦਾ ਘੁਟਾਲਾ ਵੀ ਤੁਸੀਂ ਕੱਢਿਆ ਸੀਗਾ ਪੰਜਾਬ ਪੁਲਿਸ ਦਾ, ਇਹ ਉਹ ਕੁੱਲ ਮਿਲਾ ਕੇ ਵੀ ਕੀ ਚੱਲ ਕੀ ਰਿਹਾ ਵੀ ਸਿਰਫ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਵੀ ਸਭ ਕੁਝ ਆਪ? ਦੇਖੋ ਜੀ, 90 ਦੇ ਦਹਾਕੇ ਤੋਂ ਬਾਅਦ ਸਾਰੇ ਅਫਸਰਾਂ ਨੇ ਪੰਜਾਬ ਨੂੰ ਲੁੱਟਣ ਦੇ ਲੱਕ ਬੰਨਿਆ ਹੋਇਆ। ਇਹਨਾਂ ਦੇ ਬੱਚੇ ਵਿਦੇਸ਼ਾਂ 'ਚ ਸੈੱਟ ਹੈ। ਸਾਰੇ ਪੰਜਾਬ ਨੂੰ ਲੁੱਟ ਕੇ ਪੈਸਾ ਵਿਦੇਸ਼ਾਂ 'ਚ ਇਨਵੈਸਟ ਕਰ ਰਹੇ ਆ ਤੇ ਆਪਣੇ ਪਰਿਵਾਰ ਨੂੰ ਸੈੱਟ ਕਰਦੇ ਆ। ਨਾ ਤਾਂ ਇਹਨੂੰ ਪੰਜਾਬ ਤੋਂ ਕੁਝ ਲੈਣਾ, ਨਾ ਦੇਸ਼ ਤੋਂ ਕੁਝ ਲੈਣਾ। ਤੇ ਕਰਪਸ਼ਨ ਦੇ ਉੱਤੇ ਜਿਹੜੀ ਸਾਰਾ ਕੁਝ ਚੱਲ ਰਿਹਾ ਉਹਦੇ 'ਚ IAS ਅਫਸਰ, PCS ਅਫਸਰ ਇਹ ਸਾਰੇ ਕੁਝ ਆ ਰਹੇ ਆ ਤੇ IPS ਵੀ ਹੁਣ ਤਾਂ ਸ਼ਾਮਲ ਹੋ ਰਹੇ ਆ। ਤੇ ਮੰਤਰੀ ਤਾਂ ਪਹਿਲੀ ਸੀ, ਪੋਲੀਟੀਕਲ ਲੋਕ ਤਾਂ ਪਹਿਲੇ ਬਦਨਾਮ ਸੀ। ਪੰਜਾਬ ਨੂੰ ਲੁੱਟਣ ਤੇ ਧਰਿਆ ਹੋਇਆ ਸਾਰਾ ਇਹਨਾਂ ਨੇ। ਰਾਮ ਜੀ, ਗੱਲ ਤੇ ਫਿਰ ਆ ਗਈ ਨਾ ਜੀ, ਮੰਤਰੀ ਜਿਨ੍ਹਾਂ ਦੀ ਜ਼ਿੰਮੇਵਾਰੀ, ਲੀਡਰਾਂ ਦੀ ਜ਼ਿੰਮੇਵਾਰੀ, ਉਹ ਆਪਣਾ ਥੋੜਾ ਜਿਹਾ ਉਹਨਾਂ ਨੂੰ ਤੇ ਮਿਲਦਾ 1 ਪੈਸਾ ਤੇ ਇਹ ਬਾਕੀ 99 ਪੈਸੇ ਤੇ ਇਹਨਾਂ ਨੂੰ ਮਿਲਦਾ ਹੈ। ਨਹੀਂ, ਆਪਾਂ ਹੁਣ ਇਹ ਨਹੀਂ ਕਹਿੰਦੇ ਵੀ ਕੌਣ ਘੱਟ ਹੈ ਤੇ ਕੌਣ ਵੱਧ ਹੈ। ਆਵਾ ਉੱਤਾ ਹੈ ਪੰਜਾਬੀ 'ਚ ਕਹਿੰਦੇ, ਜਿਹਦੀ ਜ਼ਿੰਮੇਵਾਰੀ ਹੈ ਸਟੇਟ ਨੂੰ ਸਾਂਭਣ ਦੀ, ਉਹ ਲੁੱਟਣ ਤੇ ਲੱਗਿਆ ਹੈ। ਬਹੁਤ ਬਹੁਤ ਸਾਡੇ ਨਾਲ ਧੰਨਵਾਦ ਤੁਹਾਡਾ ਸਾਡੇ ਨਾਲ ਗੱਲ ਕਰਨ ਵਾਸਤੇ ਸਤਨਾਮ ਜੀ। ਠੀਕ ਹੈ ਜੀ, ਮਿਹਰਬਾਨੀ। ਰਿਕਾਰਡਿੰਗ ਤੁਹਾਨੂੰ ਸੁਣਾਤੀ ਹੈ, ਹੁਣ ਫੈਸਲਾ ਤੁਸੀਂ ਕਰਨਾ ਹੈ ਵੀ ਇਹ ਸੱਚਾਈ ਕੀ ਹੈ। ਤੇ ਮਾਨ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਵੀ ਇਹ ਇੱਕ ਚੋਰ ਮੋਰੀ ਨਹੀਂ ਹੈ, ਬਹੁਤ ਸਾਰੀਆਂ ਚੋਰ ਮੋਰੀਆਂ ਜਿਨ੍ਹਾਂ ਨੂੰ ਬੰਦ ਕਰਨਾ ਜ਼ਰੂਰੀ ਹੈ। ਨਹੀਂ ਤੇ ਪੰਜਾਬ ਦਾ ਜੇ ਕਰਜ਼ਾ ਲਾਉਣਾ ਹੈ, ਪਹਿਲਾਂ ਹੀ ਕਹਿ ਚੁੱਕੇ ਨੇ ਰਕੇਸ਼ ਜੀ ਵੀ ਇਹਨਾਂ ਅਫਸਰਾਂ ਨੂੰ ਜਿਹੜੇ ਕਰਪਟ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਤੇ ਵੀ ਨਕੇਲ ਕੱਸੋ। ਇਹ ਨਹੀਂ ਵੀ ਆਮਦਨ ਦੀ ਵੱਧ ਜਾਇਦਾਦ ਤੇ ਸਭ ਨੇ ਕਿਹਨੇ ਨਹੀਂ ਬਣਾਈ। ਤੇ ਇਸ ਕਰਕੇ ਸਾਨੂੰ ਉਮੀਦ ਹੈ ਕਿ ਭਗਵੰਤ ਮਾਨ ਸਰਕਾਰ ਇਹਦੇ ਤੇ ਵੀ ਸਖਤ ਐਕਸ਼ਨ ਲਊਗੀ। ਵੇਖੋ, ਸਤਨਾਮ ਸਿੰਘ ਦਊ ਬਹੁਤ ਵਧੀਆ ਕੰਮ ਕਰ ਰਹੇ ਆ। ਪੰਜਾਬ ਅਗੇਂਸਟ ਕਰਪਸ਼ਨ ਉਹਨਾਂ ਦੀ ਸੰਸਥਾ ਵਾ ਜੀ। ਜਿੱਦਾਂ ਮੈਂ ਦੱਸਿਆ ਵੀ ਆ ਵੇਖੋ, ਇਹ ਜਿਹੜਾ ਤਬਾਦਲਾ ਹੋਇਆ 16/4/2019 ਨੂੰ ਹੋਇਆ ਜੀ। ਤੇ ਉਹ ਆਂਦੇ ਵੀ ਜਿਹੜਾ 800 ਜਿਹੜਾ 52 ਨੰਬਰ ਪਲਾਟ ਆ ਅੰਸਲ ਗੋਫਲਿਕਸ ਦਾ ਵਿੱਚ ਜੀ, ਉਹਦੀ ਕੀਮਤ ਹੈਗੀ 2.5 ਕਰੋੜ ਰੁਪਇਆ। ਤੇ ਜਿਹੜਾ 2703 ਗਜ ਦਾ ਆਪਾਂ ਲੈ ਲਿਆ ਅੰਪਾਇਰ ਸਟੇਟ ਦੇ, ਉਹਦਾ ਹੈ ਜੀ 2793 ਗਜ ਦਾ ਪਲਾਟ ਹੈ। ਹਾਂਜੀ। ਤੇ ਉਹਦੀ ਹੈਗੀ ਆ 12-15 ਕਰੋੜ ਰੁਪਇਆ ਜੀ। ਵੇਖੋ ਕਿੰਨੀ ਹੈ ਰੈਫਰੀ। ਤੇ 1 ਕਰੋੜ 1,82,000 ਦੇ ਸਿਰਫ ਸਟਾਂਪ ਲਾਏ। ਦੇਖੋ, ਇਹਦੇ ਨਾਲ ਜਾਂਚ ਤੇ ਇਹਦੀ ਹੋਣੀ ਚਾਹੀਦੀ ਹੈ ਨਾ ਵੀ ਉਹ ਬੰਦੇ ਦੀ ਕੀ ਇੰਨੀ ਮਜਬੂਰੀ ਸੀ
ਵੀ ਉਹਨੇ 10-12 ਕਰੋੜ ਦਾ ਘਾਟਾ ਖਾ ਲਿਆ। ਦੇਖੋ ਉਹ ਵੀ ਘਾਟਾ ਖਾ ਲਿਆ ਤੇ ਨਾਲ ਦੇਖੋ ਦੋ ਚੀਜ਼ਾਂ ਹੋਈਆਂ ਕਿ ਜੀ ਵੀ ਨਾਲ ਦੇ ਨਾਲ ਸਰਕਾਰ ਨੂੰ ਰੈਵਨਿਊ ਦਾ ਨੁਕਸਾਨ ਹੋਇਆ। ਜੇ 12 ਕਰੋੜ ਦੀ ਰਜਿਸਟਰੀ ਹੁੰਦੀ ਤੇ 12 ਕਰੋੜ ਦੇ ਸਟਾਂਪ ਲੱਗਣੇ ਸੀਗੇ ਤੇ ਜੇ 1 ਲੱਖ ਉਹ ਫਿਰ 1,82,000 ਵਰਜੀ ਸਭ ਕੋਈ ਗੋਲ ਹੋ ਗਿਆ। ਵੇਖੋ ਸਾਰਾ ਕੋਈ ਗੋਲ ਹੋ ਗਿਆ ਹੁੰਦਾ, ਇਨਵੈਸਟੀਗੇਸ਼ਨ ਦੀ ਲੋੜ ਹੈਗੀ ਆ। ਵਿਜੀਲੈਂਸ ਪਰ ਹੋਇਆ ਉਹਨਾਂ ਵਿਜੀਲੈਂਸ ਵਾਲੇ ਕਹਿੰਦੇ ਵੀ ਵਿਜੀਲੈਂਸ ਦੇ ਧਿਆਨ 'ਚ ਸਾਰਾ ਮਾਮਲਾ। ਵਿਜੀਲੈਂਸ ਹੀ ਕਰੇ ਤੇ ਕਰੇਗੀ। ਵਿਜੀਲੈਂਸ ਆਂਦੇ ਬੰਦਿਆਂ ਨੂੰ ਸੱਦ ਰਹੀ, ਇੱਕ ਲੰਬੜਦਾਰ ਦੀ ਗਵਾਹੀ ਪਈ ਸੀ ਉਹਨੂੰ ਵੀ ਸੱਦਿਆ ਉਹਨਾਂ ਨੇ, ਉਹਦੇ ਬਿਆਨ ਵੀ ਲਏ ਆ। ਹੁਣ ਵਿਜੀਲੈਂਸ ਚਾਹੀਦਾ ਵੀ ਇਹ 5 ਮਾਲਕ ਅਸਲ ਸੱਦੇ, ਫਿਰ ਜਿਹਨੂੰ ਪਾਵਰ ਆਫ ਅਟਾਰਨੀ ਦਿੱਤੀ ਹੈ ਉਹਨੂੰ ਸੱਦੇ ਵੀ ਤੇਰੀ ਕੀ ਮਜਬੂਰੀ ਸੀ, ਤੂੰ 12 ਕਰੋੜ ਦਾ ਉਹਨੂੰ ਕਿੱਦਾਂ ਦੇਤਾ। ਸਬ ਰਜਿਸਟਰਾਰ ਨੂੰ ਸੱਦੇ ਵੀ ਤੇਰੇ ਕੇ ਕੀ ਪਰਾਸ਼ੀ ਤੈਨੂੰ ਵਿਜੀਲੈਂਸ ਨੇ ਦਬਕਾ ਮਾਰਿਆ ਸੀ। ਸਵਾਲ ਕੀ ਸੀ ਇਹ ਵੀ ਬੜਾ ਵੱਡਾ ਹੈ। ਵਿਜੀਲੈਂਸ ਦੀ ਵੈਸੇ ਬੜੀ ਟੈਸਟ ਜੇ ਕੋਈ ਗਲਤ ਮਲਤ ਕੰਮ ਹੋਣਾ ਅੱਜ ਕੱਲ੍ਹ ਲੋਕੀ ਵਿਜੀਲੈਂਸ ਤੋਂ ਹੀ ਫੋਨ ਕਰਾਉਂਦੇ ਆ ਫਲਾਣਾ ਨਾ ਫਿੱਟ ਕਰ ਦਿਓ, ਹੋ ਗਿਆ ਜੀ, ਇਹਨੂੰ ਇੰਨੇ ਦਿਨ ਦੀ ਛੁੱਟੀ ਦੇ ਦਿਓ, ਹੋ ਗਈ ਜੀ। ਬੰਦਾ ਕਹਿੰਦਾ ਯਾਰ ਇਹਨਾਂ ਨੂੰ ਪਤਾ ਨਹੀਂ ਆਪ ਹੀ ਨਾ ਚਿੱਠੀ ਪਵਾ ਕੇ ਮੈਨੂੰ ਕਿਸੇ ਸਿਆਪੇ 'ਚ ਪਾ ਦੇਣ। ਤੇ ਹੁਣ ਵੇਖੋ ਨਾ ਜਿੱਥੇ ਡੀਜੀਪੀ ਇਹੋ ਜਿਹਾ ਕੰਮ ਕਰਦਾ ਰਿਹਾ, ਉਹ ਸਾਬਕਾ ਡੀਜੀਪੀ, ਇਹ ਤੇ ਚਾਹੀਦਾ ਵੀ ਉਹਦੇ ਵੇਲੇ ਜਿੰਨੇ ਟਰੈਬ ਜਾਂ ਇਨਕੁਆਇਰੀਆਂ ਲੱਗੀਆਂ ਉਹ ਵੀ ਰੀਓਪਨ ਕੀਤੀਆਂ ਜਾਣ ਵੀ ਕਿੰਨੇ ਖੁੱਲੇ, ਕਿੰਨੇ ਕੇਸ ਦਰਜ, ਕਿੰਨਿਆਂ ਦੇ ਨਾਂ ਕੱਢੇ, ਕਿੰਨੇ ਬੱਚੇ ਰੱਦ ਕੀਤੇ, ਕੀ ਪਤਾ ਉਹਨਾਂ 'ਚ ਵੀ ਕਿੰਨੇ ਪਲਾਟਾਂ ਦਾ ਘਪਲਾ ਨਿਕਲਣਾ ਅਜੇ। ਤਾਈਓ ਹੈ ਨਾ ਸਾਬਕਾ ਡੀਜੀਪੀ ਸਾਹਿਬਾਂ ਦੇ ਸਭ ਵੇਚ ਵੱਟ ਕੇ ਵਿਦੇਸ਼ ਭੱਜ ਗਏ ਆ। ਇਹ ਕਿਹਾ ਜਾ ਰਿਹਾ ਕੰਮ ਵੀ ਬੜਾ ਕੀਤਾ ਸੀ ਜੋ ਸੁਣਨ 'ਚ ਆਇਆ। ਹਰਿਆਣਾ ਵਾਲੇ ਵੀ ਕਹਿੰਦੇ ਉਹਨਾਂ ਦੇ ਕੋਈ ਬਹੁਤ ਖੈਰਮ ਖਾਨ ਹੈ। ਹੁਣ ਵਿਜੀਲੈਂਸ ਵਾਲੇ ਆਉਂਦੇ ਤਾਂ ਉਹਨਾਂ ਦਾ ਕੰਮ ਕਰਨ ਦਾ ਆਪਣਾ ਸਟਾਈਲ ਆ, ਉਹਨਾਂ ਕੋਲ ਸਟਾਫ ਦੀ ਬੜੀ ਕਮੀ ਆ। ਸਟਾਫ ਵੇਖੋ ਡੀਜੀਪੀ ਸਾਹਿਬ ਨੇ ਲਿਖਿਆ ਵੀ ਸਾਡੇ ਕੋਲ ਆ ਜਦੋਂ ਦੀ ਸਰਕਾਰ ਆਈ ਹੈ ਕੰਮ ਵੱਧ ਗਿਆ, ਕਟਰਮਾਨ ਦਾ ਸਰਕਾਰ ਆਈ ਆ, ਇਹਨਾਂ ਬੜੇ ਚੋਰਾਂ ਨੂੰ ਹੱਥ ਪਾਇਆ, ਇਨਕੁਆਇਰੀਆਂ ਬੜੀਆਂ, ਸਟਾਫ ਦੀ ਸ਼ੋਰਟੇਜ ਆ। ਉਹ ਡੀਜੀਪੀ ਸਾਹਿਬ ਨੇ ਚਿੱਠੀ ਲਿਖੀ ਵੀ ਸਾਡਾ 503 ਤੋਂ ਸਟਾਫ 1159 ਕਰ ਦਿਆ ਜਾਵੇ। ਵਿਜੀਲੈਂਸ ਚਾਹੁੰਦੇ 607 ਪੋਸਟਾਂ ਕਾਂਸਟੇਬਲ ਦੀਆਂ ਤੇ 122 ਪੋਸਟਾਂ ਜਿਹੜੀਆਂ 127 ਪੋਸਟਾਂ ਸਬ ਇੰਸਪੈਕਟਰ ਦੀ ਭਰਤੀ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 202 ਕਾਂਸਟੇਬਲ ਤੇ 42 ਐਸਆਈ ਇਹ ਸਿੱਧੇ ਡਾਇਰੈਕਟਲੀ ਸਬੋਰਡੀਨੇਟ ਸਰਵਿਸ ਸੈਕਸ਼ਨ ਦੇ ਥਰੂ ਭਰਤੀ ਕਰਨਗੇ। ਬਾਕੀ ਜਿਹੜੇ ਡੈਪੂਟੇਸ਼ਨ ਤੇ ਪੁਲਿਸ ਕੋ ਲੈਣਗੇ। ਹੁਣ ਮੁੱਖ ਮੰਤਰੀ ਸਾਹਿਬ ਨੇ ਵੀ 656 ਪੋਸਟਾਂ ਦੀਆਂ ਐਗਜ਼ੈਕਟਿਵ ਸਟਾਫ ਦੀ ਮਨਜ਼ੂਰੀ ਦੇ ਦਿੱਤੀ, ਇਹਨਾਂ ਨੂੰ ਸੈਂਕਸ਼ਨ ਦੇ ਦਿੱਤੀ ਆ ਭਰਤੀ ਕਰਨ ਦੀ। ਇੱਕ 12 ਅਸਿਸਟੈਂਟ ਲਾ ਅਫਸਰ ਵੀ ਭਰਤੀ ਕੀਤੇ ਜਾ ਰਹੇ ਆ। ਜਿਹੜਾ ਉਹਨੂੰ ਆਪਣਾ ਸਟਾਫ ਟ੍ਰੇਨ ਕਰਨਗੇ ਉਹਨੂੰ ਸਪੈਸ਼ਲ ਟ੍ਰੇਨਿੰਗ ਦੇਣਗੇ। ਉਹਨੂੰ ਟ੍ਰੇਨਿੰਗ ਹੁਣ ਇਹ ਹੁੰਦਾ ਬੰਦੇ ਟ੍ਰੇਨ ਕਰਦੇ ਰਹਿੰਦੇ ਆ, ਉਹ ਬੰਦੇ ਕਈ ਵਾਪਸ ਪੁਲਿਸ ਚੱਲ ਜਾਂਦੇ ਆ। ਕਿਉਂਕਿ ਦੇਖੋ ਨਾ ਜੀ, ਅਸੀਂ ਤਾਂ ਜੋ ਸਾਡੇ ਕੋਲ ਡਾਕੂਮੈਂਟਸ ਆਏ ਉਹਨਾਂ ਦੇ ਆਧਾਰ ਦੇ ਉੱਪਰ ਖਬਰ ਜਨਤਾ ਤੱਕ ਪਹੁੰਚਾਤੀ ਤੇ ਵਿਜੀਲੈਂਸ ਦੀ ਇੱਕ ਲੰਬੀ ਪ੍ਰਕਿਰਿਆ ਹੈ, ਕਾਨੂੰਨ ਦੇ ਤਹਿਤ ਹੀ ਰਹਿ ਕੇ ਕੰਮ ਕਰਨਾ ਹੈ। ਤੇ ਕਾਨੂੰਨ ਇਹ ਕਹਿੰਦਾ ਵੀ ਪਹਿਲੇ ਸਾਰੇ ਦਸਤਾਵੇਜ਼ ਕਰੋ, ਕੱਲੇ ਬੰਦੇ ਨੂੰ ਬੁਲਾਓ, ਉਹਨਾਂ ਦੀਆਂ ਗਵਾਹੀਆਂ ਲਓ, ਕਿਸ ਤਰ੍ਹਾਂ ਹੋਇਆ, ਕਿੰਜ ਹੋਇਆ। ਬਿਲਕੁਲ ਉਹਨਾਂ ਦਾ ਬੜਾ ਲੰਬਾ ਪ੍ਰੋਸੀਜਰ ਹੁੰਦਾ। ਆਮ ਬੰਦੇ ਨੂੰ ਲੱਗਦਾ ਵੀ ਵਿਜੀਲੈਂਸ ਕਰਨ ਡਈ ਮਾਮਲਾ ਠੱਪ ਕਰ ਦਿੰਦਾ, ਪਰ ਪਤਾ ਉਦੋਂ ਲੱਗਦਾ ਜਦੋਂ ਸਾਲ ਡੇਢ ਸਾਲ ਬਾਅਦ ਚੁੱਕ ਕੇ ਅੰਦਰ ਕਰ ਦਿੰਦੇ ਆ। ਬੰਦਾ ਸੋਚਦਾ ਵੀ ਮੈਂ ਨਿਬੇੜ ਲਿਆ ਕੰਮ ਆਪਣਾ, ਵੀ ਮੈਨੂੰ ਚਾਹ ਚੂ ਇਹਨਾਂ ਨੇ ਪਿਆਤੀ ਹੈ, ਮੇਰਾ ਕੰਮ ਨਿਬੜ ਗਿਆ। ਇਹ ਨਾ ਜਿੱਦਾਂ ਪੇਨਲੈਸ ਡਿਲੀਵਰੀ ਨਹੀਂ ਹੁੰਦੀ, ਬੜੇ ਠਰਾ ਕੇ ਅਰਮਾਨ ਨਾਲ ਠੰਡੀ ਕਰਕੇ ਚਾਹ ਫੁਕਾ ਮਾਰ ਪੀਂਦੇ ਆ, ਉਦਾਂ ਹੀ ਕਾਗਜ਼ ਇਕੱਠੇ ਕਰਦੇ ਰਹਿੰਦੇ ਹੌਲੀ ਹੌਲੀ। ਕਾਗਜ਼ ਇਕੱਠੇ ਕਰਕੇ ਫਿਰ ਵੇਖੋ ਡਾਕੂਮੈਂਟ ਇਹਨਾਂ ਨੇ ਪੇਸ਼ ਵੀ ਕਰਨੇ ਆ, ਉਹਨੂੰ ਚੋਰ ਨੂੰ ਸੁਝਾਅ ਵੀ ਦਵਾਉਣੀ ਆ। ਹੁਣ ਵੇਖਣ ਵਾਲਾ ਤੇ ਇਹ ਆ ਵੀ ਕੀ ਇਹ ਆਪਣੇ ਸਾਬਕਾ ਡੀਜੀਪੀ ਦੇ ਖਿਲਾਫ ਜਾਂਚ ਵਾਕਈ ਸਹੀ ਕਰਨਗੇ। ਅਜੇ ਤੱਕ ਹੋਇਆ ਨਹੀਂ ਕਿਸੇ ਆਈਐਸ ਨੇ ਆਈਐਸ ਨੂੰ ਮਰਵਾਇਆ ਹੋਵੇ, ਕਿਸੇ ਆਈਪੀਐਸ ਨੇ ਆਈਪੀਐਸ ਨੂੰ ਮਰਵਾਇਆ ਹੋਵੇ, ਅੱਜ ਤੱਕ ਇਹ ਕੰਮ ਨਹੀਂ ਹੋਇਆ। ਪਰ ਜੀ ਦੇਖੋ ਭਾਵੇਂ ਨਾ ਲੋਕ ਹੁਣ ਬੜੇ ਜਾਗਰੂਕ ਹੋ ਗਏ ਆ, ਇਹ ਨਾ ਹੋਵੇ ਮਸਲਾ ਕੋਰਟ ਤੱਕ ਪਹੁੰਚੇ। ਦੇਖੋ ਕੋਰਟ ਤੱਕ ਤੇ ਜਾਏਗਾ ਕਿਉਂਕਿ ਦਸਤਾਵੇਜ਼ ਬੋਲਦੇ ਨੇ, ਡਾਕੂਮੈਂਟਸ ਬੋਲਦੇ ਨੇ, ਕੰਮ ਕਰ ਰਹੇ ਨੇ, ਉਹ ਸਤਨਾਮ ਦੋ। ਅਸੀਂ ਵੀ ਉਹਨਾਂ ਦੇ ਧੰਨਵਾਦੀ ਹਾਂ ਵੀ ਸਾਨੂੰ ਉਹਨਾਂ ਨੇ ਡਾਕੂਮੈਂਟਸ ਜਿਹੜੇ ਆ ਉਹਦੇ ਨਾਲ ਹੋਰ ਵੀ ਕਈ ਜਿਹੜੀਆਂ ਜਾਣਕਾਰੀਆਂ ਸਾਹਮਣੇ ਤੱਕ ਪਹੁੰਚਾਈਆਂ ਨੇ। ਹੁਣ ਫੈਸਲਾ ਦੇਖੋ ਮਰੂਦਾ ਵਾਲਾ ਅਜੇ ਤੱਕ ਨਹੀਂ ਪਤਾ ਲੱਗਾ ਉਹ ਆਈਐਸ ਦੀ ਵਾਈਫ ਦਾ ਕੀ ਬਣਿਆ, ਉਹਨਾਂ ਕੋਲ ਪੁੱਛਗਿੱਛ ਹੋਈ ਕਿ ਨਹੀਂ। PSIC ਦੇ ਉਹ ਮੈਡਮ ਆਈਐਸ ਕੋਲੋਂ ਨੀਰਮਾ ਜੀ ਕੋਲੋਂ ਪੁੱਛਗਿੱਛ ਹੋਈ ਕਿ ਨਹੀਂ ਹੋਈ, ਕੱਖ ਨਹੀਂ ਪਤਾ ਲੱਗਣ ਡਿਆ ਅਜੇ ਤੱਕ। ਵੇਖੋ ਆਈਐਸ ਤੇ ਆਈਪੀਐਸ ਤੇ ਵੀ ਕਿਸੇ ਦੇ ਹੱਥ ਪਾਓ, ਥੱਲੇ ਵਾਲੇ ਸਾਰੇ ਚੋਰ ਨਹੀਂ ਗਏ। ਜੀ ਤੁਸੀਂ ਕਹਿੰਦੇ ਨਾ ਜਿਵੇਂ ਧੀਮੀ ਚਾਲ, ਕਛੂਏ ਦੀ ਚਾਲ ਚੱਲਦੇ ਰਹਿੰਦੇ ਆ, ਵੀ ਪਤਾ ਨਹੀਂ ਕਦੋਂ ਉਹਨਾਂ ਨੇ ਕਿਸੇ ਦਾ ਟਰੈਪ ਲਾਉਣਾ। ਬਾਕੀ ਡੀਜੀਪੀ ਜਿਹੜੇ ਆ ਵਰਿੰਦਰ ਸ਼ਰਮਾ ਜੀ ਬਹੁਤ ਇਮਾਨਦਾਰ ਬੰਦੇ ਆ ਤੇ ਉਮੀਦ ਹੈਗੀ ਪੂਰੀ ਵੀ ਵਧੀਆ ਕੰਮ ਕਰਨਗੇ, ਇਹ 'ਚ ਵੀ ਇਨਸਾਫ ਦੇਣਗੇ। ਭਾਵੇਂ ਵੇਖੋ ਕੋਈ ਹੋਵੇ, ਆਮ ਆਦਮੀ ਦੀ ਸਰਕਾਰ ਆ, ਹਰ ਬੰਦੇ ਨੂੰ ਇੱਕੋ ਆਖਣਾ। ਵੇਖੋ ਜੇ ਚੋਰ ਆ ਤੇ ਭਾਵੇਂ ਤੁਹਾਡਾ ਸਾਬਕਾ ਡੀਜੀਪੀ ਆ, ਜੇ ਉੱਤੇ ਰੋਪ ਲੱਗੇ ਵੇਖੋ, ਜੇ ਉੱਤੇ ਰੋਪ ਸਹੀ ਹੈਗੇ ਆ, ਵੇਖੋ ਡਾਕੂਮੈਂਟ ਸਾਡੇ ਕੋਲ ਆ, ਤਬਾਦਲਾ ਹੋਇਆ, ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਹੋਇਆ। ਕਿਉਂ 2-2.5 ਕਰੋੜ ਵਾਲੀ ਜਗ੍ਹਾ 12 ਕਰੋੜ ਨਾਲ ਕਿਵੇਂ ਬਦਲੀ ਗਈ, ਕੀ ਉਹਨਾਂ ਦੀ ਮਜਬੂਰੀ ਸੀ, ਕਿੰਨੇ ਕੁ ਫਸੇ ਸੀ ਉਹ ਵੀ ਜਿਹੜਾ ਹੱਥ ਜੋੜ ਕੇ ਉਹਨਾਂ ਤਬਾਦਲਾ ਹੀ ਕਰਾ ਲਿਆ। ਲੁਧਿਆਣੇ ਵਾਲੇ ਮੁਹਾਲੀ ਵਾਲੇ 5 ਜਣ ਸ਼ਿਫਟ ਹੋਣ ਤੇ ਤਿਆਰ ਹੋ ਗਏ। 3000 ਗਜ 250 ਗਜ ਜਗ੍ਹਾ ਛੱਡ ਕੇ ਉਹਨਾਂ ਨੇ 800 ਲੈਣੀ ਮਨਜ਼ੂਰ ਕਰ ਲਈ। ਬਹੁਤ ਵਧੀਆ ਸਦਨਾ ਚਾਹੀਦਾ ਉਹਨਾਂ ਬੰਦਿਆਂ ਨੂੰ। ਕੀ ਮਜਬੂਰੀ ਸੀ ਤੁਹਾਡੀ? ਸਵਾਲ ਬਹੁਤ ਮੁੱਖ ਮੰਤਰੀ ਸਾਹਿਬ ਨੂੰ ਆਪ ਇੰਟਰਸਟ ਲੈਣਾ ਚਾਹੀਦਾ। ਮਤਲਬ ਪੰਜਾਬ ਐਵੇਂ ਨਹੀਂ ਕਰਜ਼ਦਾਰ ਹੋ ਗਿਆ। ਇਹ ਜਿਹੜੀਆਂ ਘਟਨਾਵਾਂ ਨੇ ਇਹ ਬੇਸਿਕਲੀ ਇਹ ਕਿਉਂ ਅਧਿਕਾਰੀ ਇਸ ਤਰ੍ਹਾਂ ਕਰਦੇ ਰਹੇ, ਕਿਉਂਕਿ ਸਾਡਾ ਜਿਹਦਾ ਸਿਸਟਮ ਇੱਕ ਅਜਿਹੇ ਚੱਕਰ 'ਚ ਫਸ ਗਿਆ। ਜਿਵੇਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਸਾਡੀ ਇੰਟਰਵਿਊ ਉਹਨਾਂ ਨਾਲ ਮੈਂ ਕੀਤੀ ਸੀ ਤੇ ਉਹਨਾਂ ਨੇ ਕਿਹਾ ਵੀ ਸਿਸਟਮ ਜਿਹੜਾ
ਉਹ ਹਜੇ ਵੀ ਭ੍ਰਸ਼ਟ ਹੈ। ਹਰ ਜਗ੍ਹਾ ਦਲਾਲ ਬੈਠੇ ਹੋਏ ਨੇ, ਦਲਾਲਾਂ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ। ਇੱਕ ਐਮਐਲਏ ਇਹ ਆਰੋਪ ਲਗਾ ਰਿਹਾ, ਕੱਟੜ ਇਮਾਨਦਾਰ ਪਾਰਟੀ ਦਾ ਐਮਐਲਏ ਤੇ ਸਾਬਕਾ ਉਹ ਆਈਪੀਐਸ ਆਈਜੀ ਰਹਿ ਚੁੱਕੇ ਨੇ, ਜੇ ਉਹ ਨੌਕਰੀ ਨਾ ਛੱਡਦੇ ਤੇ ਡੀਜੀਪੀ ਤੱਕ ਜਾਂਦੇ। ਉਮੀਦ ਹੈ ਕਿ ਇਹਦੇ ਤੇ ਛੇਤੀ ਹੀ ਕੋਈ ਕਾਰਵਾਈ ਹੋਏਗੀ ਤੇ ਛੇਤੀ ਹੀ ਪਰਦਾਫਾਸ਼ ਹੋਏਗਾ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਸਾਨੂੰ ਵੀ ਜੋ ਹੋਰ ਪਤਾ ਲੱਗੂਗਾ ਤਾਂ ਅਸੀਂ ਜ਼ਰੂਰ ਦੱਸਾਂਗੇ ਤੁਹਾਨੂੰ। ਹਾਂ, ਸਾਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।